ਸਾਹਿਬ ਜੀਓ। ਜਨਮ ਮਰਨ ਦੁਹੂ ਮੈਂ ਨਾਹੀ, ਜਾਨ ਪਰ ਉਪਕਾਰੀ ਆਏ। ਜੀਅ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਣ ਮਿਲਾਏ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜੋ ਹਰ ਦਾਸਨ ਕੀ ਉਸਤਤ ਹੈ, ਸਾ ਹਰ ਕੀ ਵਡਿਆਈ। ਹਰਿ ਆਪਣੀ ਵਡਿਆਈ ਭਾਵਦੀ, ਜਨ ਕਾ ਜੈਕਾਰ ਕਰਾਈ। ਸੰਤਨ ਕੀ ਮਹਿਮਾ ਕਵਨ ਬਖਾਨਾ, ਅਗਾਧ ਬੋਧ ਕਿਛ ਮਿਤ ਨਹੀਂ ਜਾਨਾ। ਸੰਤਨ ਕੀ ਮਹਿਮਾ ਕਵਨ ਬਖਾਨਾ, ਅਗਾਧ ਬੋਧ ਕਿਛ ਮਿਤ ਨਹੀਂ ਜਾਨਾ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ। ਧੰਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਪੂਰਨ ਮਹਾਂਪੁਰਖ ਉਹ ਹੁੰਦੇ ਹਨ ਜੋ ਸਵਾਸ ਗਰਾਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ। ਉਹ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਕੇਵਲ ਪਰਉਪਕਾਰ ਦੇ ਲਈ ਸੰਸਾਰ ਵਿੱਚ ਆਉਂਦੇ ਹਨ। ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੁੰਦਾ ਹੈ, ਜੋ ਜੋ ਹੁਕਮ ਪਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਉਹ ਆਪਣੀ ਲਾਈ ਡਿਊਟੀ ਨੂੰ ਸੰਪੂਰਨ ਕਰਕੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਂਦੇ ਹਨ। ਐਸੇ ਮਹਾਂਪੁਰਖ ਜਿਨ੍ਹਾਂ ਨੂੰ ਕੌਮ ਦੇ ਹੀਰੇ ਆਖਿਆ ਜਾ ਸਕਦਾ ਹੈ, ਪਵਿੱਤਰ ਆਤਮਾ ਸੇਵਾ ਤੇ ਸਿਮਰਨ ਦੇ ਪੁੰਜ, ਜਿਨ੍ਹਾਂ ਦੇ ਨਾਮ ਬਾ ਅਦਬ ਲੈਣ ਦੇ ਨਾਲ ਮਨ ਨੂੰ ਸ਼ਾਂਤੀ ਸਕੂਨ ਪ੍ਰਾਪਤ ਹੁੰਦਾ ਹੈ। ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ
ਤੇ ਸੰਤ ਬਾਬਾ ਆਇਆ ਸਿੰਘ ਜੀ ਹੋਤੀ ਮਰਦਾਨ, ਇਸੇ ਤਰ੍ਹਾਂ ਸੰਤ ਬਾਬਾ ਜਵਾਲਾ ਸਿੰਘ ਜੀ ਡੇਰਾ ਸੰਤਗੜ੍ਹ ਹਰਖੋਵਾਲ, ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ, ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਉਹਨਾਂ ਦੇ ਪਿਆਰ ਵਾਲੀ ਸੰਗਤ ਨੇ ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਇਲਾਹੀ ਬਾਣੀ ਦੇ ਸ਼੍ਰੀ ਅਖੰਡ ਪਾਠ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦਾ ਭੋਗ ਪਾਇਆ ਗਿਆ। ਭੋਗ ਤੋਂ ਉਪਰੰਤ ਦੀਵਾਨ ਸਜ ਰਹੇ ਨੇ। ਉਹਨਾਂ ਮਹਾਂਪੁਰਖਾਂ ਨੂੰ ਸ਼ਰਧਾ ਭਾਵਨਾ ਪਿਆਰ ਦੇ ਫੁੱਲ ਅਰਪਣ ਕੀਤੇ ਜਾ ਰਹੇ ਹਨ। ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਦਾ ਰਾਗੀ ਜਥਾ, ਵਿਦਿਆਰਥੀ ਦਮਦਮੀ ਟਕਸਾਲ, ਹੋਰ ਜਥੇ ਕੀਰਤਨ ਦੁਆਰਾ ਮਹਾਂਪੁਰਖਾਂ ਨੂੰ ਸ਼ਰਧਾ ਦੇ ਫੁੱਲ ਪਿਆਰ ਦੇ ਫੁੱਲ ਭੇਟਾ ਕਰ ਗਏ ਹਨ। ਦਾਸ ਨੂੰ ਹੁਕਮ ਹੋਇਆ ਕੁਝ ਸਮਾਂ ਉਹਨਾਂ ਮਹਾਂਪੁਰਖਾਂ ਦੀ ਮਹਿਮਾ ਵਡਿਆਈ ਕੀਤੀ ਜਾਵੇ। ਸੱਚਖੰਡ ਵਾਸੀ ਪੰਥ ਰਤਨ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਕਦੇ ਕਦੇ ਕਥਾ ਦੇ ਵਿੱਚ ਜਦੋਂ ਪ੍ਰਕਰਨ ਆਉਂਦਾ, ਉਸ ਵੇਲੇ ਸੰਤ ਬਾਬਾ ਕਰਮ ਸਿੰਘ ਜੀ, ਸੰਤ ਬਾਬਾ ਆਇਆ ਸਿੰਘ ਜੀ, ਸੰਤ ਬਾਬਾ ਜਵਾਲਾ ਸਿੰਘ ਜੀ ਦਾ ਜ਼ਿਕਰ ਅਵਸ਼ ਕਰਿਆ ਕਰਦੇ ਸਨ। ਸੰਤ ਬਾਬਾ ਕਰਮ ਸਿੰਘ ਜੀ ਬਾਰੇ ਮਹਾਂਪੁਰਖਾਂ ਨੇ ਇੱਕ ਘਟਨਾ ਸਰਵਣ ਕਰਵਾਈ, ਉਹ ਦਾਸ ਨੂੰ ਵੀ ਹੁਣ ਤੱਕ ਯਾਦ ਹੈ। ਸੰਤ ਬਾਬਾ ਕਰਮ ਸਿੰਘ ਜੀ ਪਹਿਲਾਂ ਫੌਜ ਦੀ ਸਰਵਿਸ ਕਰਦੇ ਸਨ। ਫੌਜ ਵਿੱਚ ਰਹਿੰਦਿਆਂ ਹੋਇਆਂ ਜਿੱਥੇ ਦੇਸ਼ ਭਗਤੀ ਦਾ ਪਹਿਰਾ ਦੇ ਰਹੇ ਸਨ, ਉੱਥੇ ਨਾਲ ਨਾਲ ਰੱਬ ਦੀ ਚਾਕਰੀ ਵੀ ਕਰਦੇ ਸਨ। ਇਕਾਂਤ ਸਥਾਨ ਤੇ ਬੈਠ ਕੇ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਕਰਨਾ। ਕਈ ਵਾਰੀ ਸ਼ਹੀਦ ਸਿੰਘ ਉਹਨਾਂ ਦਾ ਪਹਿਰਾ ਦਿੰਦੇ ਸਨ। ਜੇ ਕੋਈ ਵਿਰੋਧੀ, ਕੋਈ ਪੰਥ ਦਾ ਦੁਸ਼ਮਣ, ਕੋਈ ਵੈਰੀ ਚੜ੍ਹ ਕੇ ਆਉਂਦਾ, ਉਹ ਸ਼ਹੀਦ ਸਿੰਘ ਉਹਨਾਂ ਦੀ ਰੱਖਿਆ ਕਰਦੇ ਸਨ। ਇਹ ਕੋਈ ਪਠਾਨ ਸੀ, ਉਹਨੇ ਆਪਣੇ ਮਨ ਵਿੱਚ ਇਹ ਖਿਆਲ ਪੈਦਾ ਕੀਤਾ ਹੈ, ਕਿਸੇ ਨਾਲ ਉਹਦਾ ਪ੍ਰੇਮ ਹੋ ਗਿਆ ਤੇ ਹੁਣ ਇਹ ਚਾਹੁੰਦਾ ਸੀ ਉਹ ਪ੍ਰੇਮ, ਉਹ ਇਸ਼ਕ ਮੇਰਾ ਨਿਭ ਜਾਵੇ, ਪਰ ਉਹ ਸਿਰੇ ਨਹੀਂ ਸੀ ਚੜ੍ਹ ਰਿਹਾ। ਉਹਦੇ ਮਨ ਦੇ ਵਿੱਚ ਖਿਆਲ ਆਇਆ, ਮੈਂ ਹੁਣ ਕਿੱਥੇ ਜਾਵਾਂ। ਜਿੰਨੇ ਉਹਨਾਂ ਦੇ ਪੀਰ ਫਕੀਰ ਜੰਤਰੀ ਮੰਤਰੀ ਲੋਕ ਸਨ, ਉਹਨਾਂ ਦੇ ਕੋਲ ਗਿਆ ਤੇ ਜਾ ਕੇ ਉਹਨਾਂ ਨੂੰ ਆਪਣੀ ਦਿਲ ਦੀ ਵੇਦਨਾ ਦੱਸੀ। ਕੋਈ ਉਹਨਾਂ ਨੇ ਜੰਤਰ ਮੰਤਰ ਤੰਤਰ ਜੋ ਵੀ ਉਹਨਾਂ ਦੇ ਕੋਲ ਸੀ ਉਹ ਉਹਨੂੰ ਕਰਨ ਲਈ ਆਖਿਆ, ਪਰ ਫਿਰ ਵੀ ਉਹਦਾ ਪ੍ਰੇਮ ਸਿਰੇ ਨਾ ਚੜ੍ਹ ਸਕਿਆ। ਫਿਰ ਉਹਨੇ ਸੰਤ ਬਾਬਾ ਕਰਮ ਸਿੰਘ ਜੀ ਦੀ ਤਾਰੀਫ ਸੁਣੀ, ਉਹਨਾਂ ਦੇ ਪਾਸ ਆਇਆ ਤੇ ਆ ਕੇ ਕਹਿਣ ਲੱਗਾ, ਮਹਾਂਪੁਰਖੋ, ਮੈਂ ਬੜੇ ਯਤਨ ਕੀਤੇ ਨੇ, ਬੜੇ ਮੰਤਰਾਂ ਦਾ ਜਾਪ ਕੀਤਾ ਹੈ, ਪਰ
मैं अपने मिशन विच कामयाब नहीं हो सकिया, तुसीं किरपा करो। तां उस वेले महापुरखां ने उसनूं मूल मंत्र पढ़न लई आखिया। पहलां उसनूं मूल मंत्र सिखाया, ते जदों मूल मंत्र सिख गया ते महापुर कहण लगे 40 दिन बैठ के 33 माला रोज मूल मंत्र दियां करनियां ने। वाहिगुरु तेरी मुराद पूरी करेगा। उस पठान ने मूल मंत्र शरदा भावना प्यार दे नाल जपना शुरू कर दिता। बस उहदे मन दे विच दुनियावी इच्छा सी, मेरा प्यार नेपरी चढ़ जावे। पर जदों होर पासे तो काम नेपरे ना चढ़ सकिया, फिर उन्हें महापुरखां दी शरण लई मूल मंत्र दा सिमरन शुरू किया। 35वें दिन जो उसके मन का फुरना सी वो वाहिगुरु ने पूरा कर दिता। जिस बीबी दे नाल उहदा प्यार सी, उहदा परिवार अपने आप ही उहदे पास आया, उहदी बंदगी अगे सलाम किया ते कहण लगे, हुण तू जो भी आखे असी तेरे प्यार दी कदर करदे हां। इस घटना नूं लैके वो पठान महापुरखां दा मुरीद ते पहलां ही बन चुकिया सी। हुण उहदी अवस्था भी एक संतां वाली गुरमुखां वाली बन गई सी। रोज 33 माला मूल मंत्र दियां करनियां कोई खाला जी दा वाड़ा नहीं, पर महापुरखां दी आशीर्वाद दा सदका जदों 35वें दिन वो अपने मिशन विच कामयाब होया, उस नूं गुरु नानक साहिब जी ते अकाल पुरख ते सतगुरु दी बाणी ते पूर्ण अटल विश्वास पैदा हो गया। फिर महापुर कहण लगे, भलिया लोका, जे तू एक होर चलीसा कर लवें, 40 दिन होर मूल मंत्र दा सिमरन कर लवें, तेनू परमेश्वर भी मिल सकदा, खुदा भी मिल सकदा, रब भी मिल सकदा। ऐसी भगती ते बंदगी दी मूरत सन संत बाबा करम सिंह। संतन की महिमा कवन बखानो, अगाध बोध किस मित नहीं जाना। संत बाबा आया सिंह जी बारे महापुरख एक बचन सुनाउंदे सन। वो कहंदे ने, बाबा आया सिंह जी का सुभाव बड़ा परोपकारी सी। हर वेले सेवा करनी, सिमरन करना, वाहिगुरु की बंदगी में जुड़े रहिंदे। बेअंत संगतां उन्हां दे चरणां दे विच आके नतमस्तक हुंदियां, माया भी अनेकां तरह दीयां भेटां भी अर्पण करदियां। एक कोई महापुरखां दा ही सेवादार सी। उहदे मन दे विच पता नहीं क्यों ऐसा ख्याल आया, उन्हें सोचिया बई महापुरखां दी सिੱਖੀ सेवकी बहुत है, भेटा पूजा भी बेअंत चढ़ती है, ते जे किधरे महापुरख अकाल चलाना कर जान, इन्हां तो बाद शायद मेरी भी इसे तरह ही पूजा प्रतिष्ठा मान मनौत होनी शुरू हो जावे। बंदे दा मन बड़ा शैतान है। बाबा फरीद जी ने लिखिया है, फरीदा को कहंदियां चा गेंदियां मती देंदियां नित, जो शैतान वंजाया से कित फेरा चित। जदों शैतान साडे मन ते हावी हो जाता है, फिर उस वेले मनुख दी होश फरमोश हो जाती है, दिमाग भी कम करनों हट जाता है, अकल भी जवाब दे जाती है। हुण इसने सोचिया बई मैं महापुरखां दे नेड़े होवां। हुण जदों महापुरखां ने जल पानी छकना हुंदा, लंगर छकना हुंदा,
ਉਹ ਮੂਹਰੇ ਹੋ ਜਾਇਆ ਕਰਦਾ ਵੀ ਮੈਂ ਸੇਵਾ ਕਰਨੀ, ਮੈਂ ਦੁੱਧ ਛਕਾਉਣਾ ਹੈ, ਮੈਂ ਲੰਗਰ ਛਕਾਉਣਾ। ਹੁਣ ਕਿਸੇ ਦੇ ਮਨ ਦਾ ਕੀ ਪਤਾ ਹੁੰਦਾ? ਇਹ ਬਚਨ ਮਹਾਂਪੁਰਖ ਕਥਾ ਵਿੱਚ ਸੁਣਾਇਆ ਕਰਦੇ ਸਨ। ਉਸ ਇਨਸਾਨ ਨੇ, ਉਹਨੂੰ ਆਪਾਂ ਸੰਤ ਸੇਵੀ ਤਾਂ ਕਹਿ ਨਹੀਂ ਸਕਦੇ, ਨਾ ਸੰਤਾਂ ਦਾ ਪ੍ਰੇਮੀ ਕਹਿ ਸਕਦੇ ਹਾਂ, ਨਾ ਮਹਾਂਪੁਰਖਾਂ ਦਾ ਸ਼ਰਧਾਲੂ ਕਹਿ ਸਕਦੇ ਹਾਂ, ਜਿਹਦੇ ਮਨ ਦੇ ਵਿੱਚ ਹੀ ਕੋਈ ਹੋਰ ਭਾਵਨਾ ਸੀ। ਉਹਨੇ ਸੋਚਿਆ ਵੀ ਉਂਝ ਤੇ ਮਹਾਂਪੁਰਖ ਇੰਨੀ ਜਲਦੀ ਸੱਚਖੰਡ ਨਹੀਂ ਜਾਣਗੇ, ਤੇ ਕੋਈ ਨਾ ਕੋਈ ਮੈਨੂੰ ਹੀ ਉਪਰਾਲਾ ਕਰਨਾ ਚਾਹੀਦਾ। ਉਸਨੇ ਦੁੱਧ ਦੇ ਵਿੱਚ ਜ਼ਹਿਰ ਮਿਲਾ ਦਿੱਤਾ, ਮਹਾਂਪੁਰਖਾਂ ਦੇ ਕੋਲ ਲੈ ਗਿਆ ਤੇ ਨਾਲ ਹੀ ਹੱਥ ਜੋੜ ਕੇ ਕਹਿਣ ਲੱਗਾ, ਮਹਾਂਪੁਰਖੋ, ਅੱਜ ਮੈਂ ਤੁਹਾਡੇ ਲਈ ਬਹੁਤ ਪ੍ਰੇਮ ਦੇ ਨਾਲ ਦੁੱਧ ਲੈ ਕੇ ਆਇਆ, ਤੁਸੀਂ ਜ਼ਰੂਰ ਛਕੋ। ਮਨ ਦੇ ਵਿੱਚ ਕਪਟ ਸੀ, ਦੁੱਧ ਵਿੱਚ ਜ਼ਹਿਰ ਸੀ। ਮਹਾਂਪੁਰਖ ਕਹਿਣ ਲੱਗੇ, ਚੰਗਾ ਭਾਈ, ਜੇ ਤੂੰ ਪ੍ਰੇਮ ਦੇ ਨਾਲ ਲੈ ਕੇ ਆਇਆ ਹੈ ਤੇ ਫਿਰ ਅਸੀਂ ਇਹ ਤੇਰਾ ਦੁੱਧ ਪੀਣ ਲਈ ਤਿਆਰ ਹਾਂ। ਦੁੱਧ ਛਕਿਆ, ਪਰ ਉਸ ਜ਼ਹਿਰ ਦਾ ਕੋਈ ਵੀ ਰਤਾ ਪਰ ਅਸਰ ਨਹੀਂ ਹੋਇਆ। ਕਿਉਂ? ਉਹਨਾਂ ਮਹਾਂਪੁਰਖਾਂ ਕੋਲੇ ਪਰਮੇਸ਼ਰ ਦਾ ਨਾਮ ਸੀ। ਨਾਮ ਇੱਕ ਐਸਾ ਅਖੈ ਮੰਤਰ ਹੈ, ਉਹ ਹਰ ਤਰ੍ਹਾਂ ਦੀ ਜ਼ਹਿਰ ਨੂੰ, ਹਉਮੈ ਦੀ ਜ਼ਹਿਰ ਨੂੰ, ਦੁਨੀਆ ਦੀ ਜ਼ਹਿਰ ਨੂੰ ਵੀ ਖਤਮ ਕਰ ਸਕਦਾ ਹੈ। ਹੁਣ ਮਹਾਂਪੁਰਖਾਂ ਨੇ ਦੁੱਧ ਛਕਿਆ, ਪਰ ਜ਼ਹਿਰ ਦਾ ਕੋਈ ਅਸਰ ਨਹੀਂ ਹੋਇਆ। ਉਸੇ ਆਨੰਦ ਵਿੱਚ, ਉਸੇ ਮੌਜ ਦੇ ਵਿੱਚ ਸੇਵਾ ਸਿਮਰਨ ਪਰਉਪਕਾਰ ਕਰਦੇ ਰਹੇ। ਫਿਰ ਉਹਦੇ ਮਨ ਦੇ ਵਿੱਚ ਦੂਜੀ ਵਾਰੀ ਬਦੀ ਪੈਦਾ ਹੋਈ। ਕਹਿੰਦਾ ਹੁਣ ਦੂਜੀ ਵਾਰੀ ਯਤਨ ਕਰਕੇ ਵੇਖ ਲਵਾਂ। ਫਿਰ ਦੂਜੀ ਵਾਰੀ ਦੁੱਧ ਵਿੱਚ ਜ਼ਹਿਰ ਮਿਲਾਇਆ ਤੇ ਆ ਕੇ ਕਹਿਣ ਲੱਗਾ, ਮਹਾਂਪੁਰਖੋ, ਮੈਂ ਅੱਜ ਵੀ ਬੜੇ ਪ੍ਰੇਮ ਦੇ ਨਾਲ ਦੁੱਧ ਲੈ ਕੇ ਆਇਆ ਤੇ ਇਹਨੂੰ ਤੁਸੀਂ ਛਕੋ। ਮਹਾਂਪੁਰਖ ਕਹਿਣ ਲੱਗੇ, ਚੰਗਾ ਭਾਈ, ਪ੍ਰੇਮ ਦੇ ਨਾਲ ਤੇ ਕੋਈ ਕੁਝ ਵੀ ਦੇ ਦੇਵੇ ਉਹ ਛਕਣਾ ਮਨਜ਼ੂਰ ਹੀ ਹੁੰਦਾ ਹੈ। ਚਾਹੇ ਪਤਾ ਸੀ ਮਹਾਂਪੁਰਖਾਂ ਨੂੰ ਘਟ ਘਟ ਕੇ ਅੰਤਰ ਕੀ ਜਾਣਤ, ਪਰਮੇਸ਼ਰ ਦੇ ਪਿਆਰੇ ਸਨ, ਪਰ ਕਹਿਣ ਲੱਗੇ, ਲਿਆ। ਦੂਜੀ ਵਾਰ ਵੀ ਦੁੱਧ ਛਕ ਲਿਆ, ਪਰ ਕੋਈ ਅਸਰ ਨਹੀਂ ਹੋਇਆ। ਉਵੇਂ ਚੜ੍ਹਦੀ ਕਲਾ ਦੇ ਵਿੱਚ ਹੀ ਸੇਵਾ ਸਿਮਰਨ ਪਰਉਪਕਾਰ ਕਰਦੇ ਰਹੇ। ਫਿਰ ਤੀਜੀ ਵਾਰ ਉਹਦੇ ਮਨ ਦੇ ਵਿੱਚ ਖਿਆਲ ਹੋਇਆ ਵੀ ਮੈਂ 2 ਵਾਰੀ ਇਹ ਕਾਰਾ ਕਰ ਚੁੱਕੇ ਹਾਂ, ਪਰ ਮਹਾਂਪੁਰਖਾਂ ਤੇ ਪਤਾ ਨਹੀਂ ਕਿਉਂ ਜ਼ਹਿਰ ਦਾ ਅਸਰ ਨਹੀਂ ਹੋਇਆ। ਜ਼ਹਿਰ ਵੀ ਅੰਮ੍ਰਿਤ ਬਣ ਗਈ, ਕਿਉਂਕਿ ਬਾਣੀ ਨਾਲ ਜੁੜੇ ਹੋਏ ਸਨ, ਸਿਮਰਨ ਨਾਲ ਜੁੜੇ ਹੋਏ ਸਨ। ਨਾਮ ਦੇ ਵਿੱਚ ਬਾਣੀ ਵਿੱਚ ਸ਼ਕਤੀ ਉਹ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਹੁਣ ਉਹਦੇ ਮਨ ਵਿੱਚ ਤੀਜੀ ਵਾਰੀ ਫਿਰ ਬੁਰਾ ਖਿਆਲ ਆਇਆ। ਜਦੋਂ ਤੀਜੀ ਵਾਰ ਆਇਆ ਨਾ, ਤੇ ਮਹਾਂਪੁਰਖਾਂ ਨੇ ਸੋਚਿਆ ਵੀ ਇਸ ਬੰਦੇ ਦੇ ਮਨ ਦੇ ਵਿੱਚ ਇਹ ਤੀਬਰ ਸੰਕਲਪ ਪੈਦਾ ਹੋ ਗਿਆ ਹੈ, ਇਹ ਹੁਣ ਸਾਨੂੰ ਦੁਨੀਆ ਵਿੱਚ ਦੇਖਣਾ ਨਹੀਂ ਚਾਹੁੰਦਾ। ਮਹਾਂਪੁਰਖ ਕਹਿਣ ਲੱਗੇ, ਚੰਗਾ ਭਾਈ, ਲਿਆ, ਹੁਣ ਤੇਰੀ ਇੱਛਾ ਵੀ ਪੂਰੀ ਕਰ ਦਿੰਦੇ ਆ। ਤੀਜੀ ਵਾਰੀ ਦੁੱਧ ਛਕਿਆ ਤੇ ਫਿਰ ਜ਼ਹਿਰ ਦਾ ਅਸਰ ਹੋਇਆ। ਮਹਾਂਪੁਰਖਾਂ ਨੇ ਸੇਵਾਦਾਰਾਂ ਨੂੰ ਦੱਸਿਆ, ਭਾਈ, ਉਂਝ ਤੇ ਅਸੀਂ ਹਾਲੇ ਨਹੀਂ ਸੀ ਜਾਣਾ ਸੱਚਖੰਡ ਨੂੰ, ਪਰ ਹੁਣ ਇਸ ਪ੍ਰੇਮੀ ਦੀ ਇੱਛਾ ਪੂਰੀ ਕਰਨੀ ਪੈਣੀ ਸੀ। ਇਹਦੀ ਇੱਛਾ ਪੂਰੀ ਕਰਨ ਵਾਸਤੇ ਹੁਣ ਅਸੀਂ ਸੱਚਖੰਡ ਨੂੰ ਜਾ ਰਹੇ ਹਾਂ। ਐਸੀ ਕਹਿਣੀ ਤੇ ਕਰਨੀ ਵਾਲੇ, ਬੰਦਗੀ ਵਾਲੇ, ਸਹਿਨਸ਼ੀਲਤਾ ਵਾਲੇ, ਮਿੱਠ ਬੋਲੜੇ, ਪਵਿੱਤਰ ਆਤਮਾ ਮਹਾਂਪੁਰਖ ਸਨ। ਸੰਤ ਬਾਬਾ ਆਇਆ ਸਿੰਘ। ਤੀਜੇ ਨੰਬਰ ਤੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਖ ਸਨ। ਉਹਨਾਂ ਮਹਾਂਪੁਰਖਾਂ ਦੇ ਦਾਸ ਨੇ ਭਾਵੇਂ ਦਰਸ਼ਨ ਨਹੀਂ ਕੀਤੇ, ਪਰ ਉਹਨਾਂ ਦੇ ਬਚਨ, ਮਹਾਂਪੁਰਖਾਂ ਦੇ ਨਾਲ ਮਿਲਾਪ, ਉਹ ਜ਼ਰੂਰ ਦਾਸ ਨੇ ਸੁਣਿਆ। ਸੰਤ ਬਾਬਾ ਜਵਾਲਾ ਸਿੰਘ ਜੀ ਦਾ ਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦਾ ਬੜਾ ਰੂਹਾਨੀ ਪਿਆਰ ਸੀ।
कई वारी हरखोवाल महापुरखों नूं अपने डेरे विच बुला के कथा करवाउंदे ते कदी महापुरखों दे कोल जाके भी मिलिया करदे सन। एक बार दास नूं ਸਿੰਘਾਂ ने दस्सिया शिमले दे विच, क्योंकि इंडिया दे विच शिमला एक बड़ी प्रसिद्ध जगह है, हिल स्टेशन है। ਸਿੰਘਾਂ ਦੇ मन दे विच फुरना होया भी शिमला देखना है। ते संत बाबा ज्वाला सिंह जी दे कुछ सेवक उत्थे रहिंदे सन ते वो कहण लगे चलो महापुरखों नूं बेनती करदे हां। संत बाबा ज्वाला सिंह जी नूं बेनती कीती ते संत बाबा ज्वाला सिंह जी ने संत ज्ञानी गुरबचन सिंह जी खालसा जी का शिमले विच प्रोग्राम बनाया, दीवान सजाए, अपनी संगत नूं प्रेर के उथे लंगरां दी सेवा करवाई, अमृत संचार करवाए। कहण तो भाव उन्हां दा आपस विच बहुत डूंगा रूहानी प्यार सी। एक वारी संत ज्ञानी गुरबचन सिंह जी खालसा जी नूं जथे दे सिंह जिहड़े विद्यार्थी सन पुछण लगे, कहंदे महापुरखो तुसीं इन्हां महापुरखां दा बड़ा सत्कार करदे हो। संत ज्ञानी गुरबचन सिंह जी खालसा जी का पता की जवाब सी। कहण लगे थानू नहीं पता भी उन्हां ते किन्नी गुरु नानक साहब की किरपा है। जदों असीं संत बाबा ज्वाला सिंह जी दे कोल जाने आ, उन्हां दे अंदर मूल मंत्र दा अखंड सिमरन चलदा। असीं जदों ध्यान दे नाल उन्हां वल तकदे हां, वो सिमरन सानू सुनाई दिंदा, जो सास ग्रास ते आई मेरा हर हर सो गुर सिख गुरु मन पावे। पूर्ण संत दी डेफिनेशन भी यही है ना, जिन्ना सास ग्रास ना विसरै, हर नामा मन मंत, धन से नानका पूर्ण सोई संत। ये बचन सुन के सिंह भी हैरान रह गए भी इन्नी उन्हां ते किरपा है। संत बाबा ज्वाला सिंह जी का नाम सिमरन दे नाल इन्ना प्यार सी, जिथों तक दास नूं याद है हरखोवाल कई बार दर्शन मेले करन दा सुभाग प्राप्त होया है। हुण तक उत्थे मूल मंत्र दा अखंड जाप चल रहा है। हुण भी भावें महापुरख सचखंड चले गए ने, उन्हां दी याद हुण भी ताज़ा है, उन्हां दे परोपकार हुण भी ज़्यादा ने। हुण भी मूल मंत्र दा अखंड जाप उत्थे चल रहा है ते नाल नाल गुरु के लंगर, शब्द का लंगर, आत्मक भोजन भी उत्थे प्राप्त हो रहे हैं। ये गल वखरी है, महापुरख भावें शरीर करके नहीं रहे, पर उन्हां दे परोपकारां नूं हुण भी असीं नहीं भुला सकते। संत बाबा हजारा सिंह जी निक्के घुमणा वाले, उन्हां दे इलाके दीआं संगतां ने उत्थे निक्के घुमणा दे विच भी सालाना समागम करवाए जाते हैं। दास ने कई बार उस प्रोग्राम नूं टैलीविजन ते तकिया है। उन्हां महापुरखां ते भी अकाल पुरख वाहिगुरु दी अपार बख्शिश सी। इस वास्ते ऐसे महापुरखां दीआं यादां मनाउणियां, उन्हां दे परोपकारां नूं याद करना, ये एक फखर वाली गल है, ये एक प्यार दी निशानी है, ये शरधा दे फुल ने, ये एक प्रेम दी भेटा है जो तुसी उन्हां नूं अर्पण करदे हो। दास अपने आप नूं वडभागा समझदा है कि उन्हां महापुरखां दी याद विच दास नूं भी आप संगतां दी सेवा करन दा सुभाग प्राप्त होया है। जिहड़ा निर्धारित समा सी वो संपूर्ण होया है। हुक्म होया भी कुछ समा होर विचार कीती जावे। संत बाबा ज्वाला सिंह जी ते संत ज्ञानी गुरबचन सिंह जी खालसा पिंडरां वाले, उन्हां दा आपस विच किन्ना प्यार सी। एक छोटी जी दास नूं दास्तान याद आउंदी है। एक संत बाबा ज्वाला सिंह जी दे श्रद्धालु सेवादार
परम सेवक गुरमुख प्यारे नाम रसीए कोई सज्जन सन। बड़ी वाहिगुरु की किरपा सी, धन पदार्थ वाहिगुरु ने उन्होंने बयान दिता सी। लोग सरदार जी कह के बुलाते सन उन्होंने। वो संत बाबा ज्वाला सिंह जी के बड़े आनंद सेवक सन। उन्होंने तो ही उन्होंने अमृतपान किया, नाम सिमरन अभ्यास करते सन। जिहड़ी सरदार जी के घरों बीबी जी सन, वो भी बड़े नाम अभ्यासी सन। एक दिन बीबी जी अमृत वेले उठ के नाम अभ्यास कर रहे सन। ऐसी सुरत जुड़ी, उस एकाग्रता की अवस्था दे विच उन्होंने कलगीधर पातशाह हक हक आदेश गुरु गोबिंद सिंह बादशाह दरवेश गुरु गोबिंद सिंह वह प्रगट्यो मर्द अगमड़ा वरियाम अकेला वाह वाह गोबिंद सिंह यापे गुरजी। उन्होंने दर्शन दीदारे होए। जिहड़े भावना वाले गुरसिख ने उन्होंने दर्शन पहला भी हुंदे रहे ने ते हुण भी हुंदे ने, गां भी हुंदे रहणगे। हाँ, जिहड़े तर्कवादी लोग ने वो कहंदे ये हो नहीं सकता। जिहड़े पहले समय दे विच हो चुके ने वो मुड़ के नहीं आ सकते। उन्हां दी अपनी सोच है, अपनी दलील है। पर जिथों तक साडे सतगुरु का सवाल है, सतगुर मेरा सदा सदा ना आवे ना जाए, वो अविनाशी पुरख है, सब में रहा समाए। सतगुरु अमर ने, परमेश्वर का स्वरूप ने। सतगुर मेरा सदा सदा ना आवे ना जाए, वो अविनाशी पुरख है, सब में रहा समाए। गुर मेरा संग सदा है ना, सिमर सिमर ते सदा संभाले। जदों कोई भी भावना नाल गुरसिख पहला याद करदा सी, हुण करदा फिर करेगा। सतगुरु सच्चे पातशाह के जाहर हजूर है कि हाजर हजूर है, उत्थे आके दर्शन देंदे ने। बेअंत ऐसे महापुरख होए ने संत बाबा नानक सिंह जी कलेरा वाले। उन्होंने धन गुरु नानक देव महाराज ने दर्शन दिते। ये भावना की गल है, भरोसे की गल है। होर बेअंत महापुरख जिन्होंने दर्शन होंदे रहे, तो बीबी जी नूं भी इस तरह दर्शन होए। ते फिर वो महापुरख संत बाबा ज्वाला सिंह जी पास आउंदे ने। आके महापुरखों नूं बेनती करते ने कि महापुरखो भी कुछ दिन होए ने सिमरन करदियां होया मन दे विच इच्छा पैदा हुई, कलियां वाले बाजा वाले प्रीतम दे दर्शन करिए। ते एक बिजली दे चमकारे वांग, जिवें आसमानी बिजली दा लिशकारा पैंदा, इस तरह चमत्कार होया। मैनू कलियां वाले पातशाह ने दर्शन दिते, मैं निहाल हो गया। पर एक मेरे मन का सवाल है, एक कलगीधर पातशाह दे नाल होर भी कोई महापुरख सन, पर मैं उन्हां बारे जानदी नहीं, उन्हां बारे मैनू कोई पता नहीं। मैं उन्हां बारे आप जी दे पासों पुछण वास्ते आई हाँ भी वो महापुरख कौन हो सकते हैं। महापुरख उस अपने श्रद्धालु सेवक बीबी जी नूं पुछण लगे, तुसीं उन्हां दा हुलिया दस सकदे हो, उन्हां दा चेन चक्कर नुहार किहो जी सी। कहण लगे हाँ, जिवें उन्हां ने तकिया सी। ते कहण लगे चिट्टा चोला, गातरे वाली किरपान, सिर ते नीला गोल दस्तारा गुरमुखी दुमाला, गल विच परना, मेरे चेहरे ते उन्हां दे काफ़ी नूर दिखाई दे रहा सी। पर मैं उन्हां नूं पछाण नहीं सकी वो कौन सन। जदों इन्नी गल दसी ना, उस वेले संत बाबा ज्वाला सिंह जी कहण लगे
ਬੀਬਾ ਜੀ ਜਿਵੇਂ ਤੁਸੀਂ ਦੱਸਿਆ ਨਾ, ਫਿਰ ਇਸ ਤਰ੍ਹਾਂ ਦੇ ਤਾਂ ਭਿੰਡਰਾਂ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਹਨ। ਉਹਨਾਂ ਦਾ ਇਹੋ ਜਿਹਾ ਪਹਿਰਾਵਾ, ਉਹ ਨੀਲਾ ਦਸਤਾਰਾ, ਗੋਲ ਚੋਲਾ, ਉਹ ਜਿਵੇਂ ਤੁਸੀਂ ਦੱਸਿਆ ਹੈ ਵੀ ਉਹ ਉਸ ਤਰ੍ਹਾਂ ਦਾ ਧਾਰਨ ਕਰਦੇ ਨੇ। ਇਹ ਹੁਣ ਤੁਸੀਂ ਦੇਖੋ ਮਹਾਂਪੁਰਖਾਂ ਦਾ ਰੂਹਾਨੀ ਪਿਆਰ ਕਿੰਨਾ ਡੂੰਘਾ ਸੀ। ਜਦੋਂ ਇਹ ਗੱਲ ਹੋਈ ਤੇ ਉਸ ਵੇਲੇ ਉਹ ਸਰਦਾਰ ਤੇ ਨਾਲ ਉਹਨਾਂ ਦੇ ਘਰੋਂ ਬੀਬੀ ਜੀ ਕਹਿਣ ਲੱਗੇ, ਮਹਾਰਾਜ ਉਹ ਕਿੱਥੇ ਨੇ? ਤੇ ਮਹਾਂਪੁਰਖ ਕਹਿਣ ਲੱਗੇ, ਬਈ ਉਹਨਾਂ ਬਾਰੇ ਪਤਾ ਕਰਕੇ ਦੱਸ ਸਕਦੀ ਹਾਂ। ਸੇਵਕਾਂ ਤੋਂ ਪੁੱਛਿਆ, ਕਿਉਂਕਿ ਹਰਖਵਾਲ ਡੇਰੇ ਤੋਂ ਕਈ ਸਿੰਘ ਵਿਦਿਆਰਥੀ ਪੜ੍ਹਨ ਵਾਸਤੇ ਮਹਾਂਪੁਰਖਾਂ ਦੇ ਜਥੇ ਵਿੱਚ ਵੀ ਆਉਂਦੇ ਸਨ, ਰਾੜੇ ਸਾਹਿਬ ਤੋਂ ਵੀ, ਨਾਨਕਸਰ ਤੋਂ ਵੀ, ਕਿਉਂਕਿ ਵਿਦਿਆ ਦੀ ਟਕਸਾਲ ਦਮਨੀ ਟਕਸਾਲ ਹੀ ਮੰਨੀ ਜਾਂਦੀ ਸੀ। ਸਾਰੇ ਡੇਰਿਆਂ ਤੋਂ ਮਹਾਂਪੁਰਖ ਜਿਨ੍ਹਾਂ ਨੇ ਵਿਦਿਆ ਪੜ੍ਹਨੀ ਹੁੰਦੀ ਸੀ ਉਹ ਮਹਾਂਪੁਰਖਾਂ ਦੇ ਜਥੇ ਵਿੱਚ ਆਉਂਦੇ ਸਨ। ਹੁਣ ਜਦੋਂ ਜਥੇ ਵਿੱਚ ਆਏ ਤੇ ਫਿਰ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਸੇਵਾਦਾਰਾਂ ਤੋਂ ਪਤਾ ਕੀਤਾ ਵੀ ਇਸ ਵੇਲੇ ਮਹਾਂਪੁਰਖ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ ਹੋਏ ਨੇ। ਤੇ ਜਦੋਂ ਇਹ ਪਤਾ ਲੱਗਿਆ, ਉਹ ਸਰਦਾਰ ਤੇ ਬੀਬੀ ਜੀ ਦੇ ਮਨ ਦੇ ਵਿੱਚ ਫੁਰਨਾ ਹੋਇਆ ਵੀ ਚਲੋ ਨਾਲੇ ਸੱਚਖੰਡ ਹਜ਼ੂਰ ਸਾਹਿਬ ਦੇ ਦਰਸ਼ਨ ਕਰ ਲਵਾਂਗੇ ਤੇ ਨਾਲੇ ਉੱਥੇ ਮਹਾਂਪੁਰਖ ਹੋਣਗੇ, ਉਹਨਾਂ ਨੂੰ ਮਿਲ ਲਵਾਂਗੇ। ਉਹਨਾਂ ਨੇ ਹਜ਼ੂਰ ਸਾਹਿਬ ਯਾਤਰਾ ਦਾ ਪ੍ਰੋਗਰਾਮ ਬਣਾਇਆ। ਜਦੋਂ ਟ੍ਰੇਨ ਤੇ ਚੜ੍ਹ ਕੇ ਹਜ਼ੂਰ ਸਾਹਿਬ ਪਹੁੰਚੇ ਨੇ, ਰਾਤਰੀ ਦੇ ਸਮੇਂ ਲੇਟ ਟ੍ਰੇਨ ਪਹੁੰਚੀ ਤੇ ਸੁਬਾਹ ਅੰਮ੍ਰਿਤ ਵੇਲੇ ਸੱਚਖੰਡ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਉਸ ਵੇਲੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੱਚਖੰਡ ਅੰਮ੍ਰਿਤ ਵੇਲੇ ਸ਼੍ਰੀ ਮੁਖ ਵਾਕ ਦੀ ਕਥਾ ਕਰ ਰਹੇ ਸਨ। ਜਦੋਂ ਸੁਭਾਗ ਜੋੜੀ ਨੇ ਜਾ ਕੇ ਨਮਸਕਾਰ ਕੀਤੀ, ਬੀਬੀ ਜੀ ਨੇ ਉਧਰ ਖਿਆਲ ਕੀਤਾ ਤੇ ਆਪਣੇ ਪਤੀ ਸਰਦਾਰ ਜੀ ਨੂੰ ਕਹਿਣ ਲੱਗੀ, ਸਰਦਾਰ ਜੀ ਇਹੀ ਸਨ ਉਹ ਮਹਾਂਪੁਰਖ, ਇਹੀ ਸਨ। ਐਸੀ ਅਸਚਰਜ ਖੇਡ ਮਹਾਂਪੁਰਖਾਂ ਦੇ ਜੀਵਨ ਦੇ ਵਿੱਚ ਵਰਤਦੀ ਰਹੀ ਹੈ। ਇਸ ਵਾਸਤੇ ਸਾਰੇ ਮਹਾਂਪੁਰਖ ਗੁਰੂ ਦੇ ਪਿਆਰ ਵਾਲੇ ਰੱਬੀ ਰੰਗ ਦੇ ਵਿੱਚ ਰਤੇ ਹੋਏ ਮਹਾਂਪੁਰਖ ਹਨ, ਜਿਨ੍ਹਾਂ ਦੀ ਆਪਾਂ ਯਾਦ ਮਨਾ ਰਹੇ ਹਾਂ। ਸਤਿਗੁਰੂ ਮਿਹਰ ਕਰਨ ਤੇ ਆਪਾਂ ਉਹਨਾਂ ਦੀ ਯਾਦ ਨੂੰ ਮਨ ਵਿੱਚ ਲੈ ਕੇ ਅੱਜ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਤੇ ਆਪਾਂ ਅੰਮ੍ਰਿਤ ਛਕੀਏ, ਗੁਰੂ ਵਾਲੇ ਬਣੀਏ। ਕਿਉਂਕਿ ਮਹਾਂਪੁਰਖ ਸਾਰਿਆਂ ਨੂੰ ਇਹੀ ਕਹਿੰਦੇ ਸੀ, ਭਾਈ ਗੁਰੂ ਵਾਲੇ ਬਣੋ, ਨਗੋਰਾ ਨਾ ਕੋਈ ਰਹੋ। ਅੰਮ੍ਰਿਤ ਛਕ ਕੇ ਕਲਗੀਧਰ ਪਾਤਸ਼ਾਹ ਦੇ ਪੁੱਤਰ ਪੁੱਤਰੀਆਂ ਬਣੀਏ, ਫੇਰ ਹੀ ਮਹਾਂਪੁਰਖਾਂ ਦੀਆਂ ਯਾਦਾਂ ਮਨਾਈਆਂ ਸਫਲ ਤੇ ਪ੍ਰਵਾਨ ਹੋਣਗੀਆਂ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।